ਸਤਿ ਸ਼੍ਰੀ ਅਕਾਲ ਜੀ। ਕਦੇ ਇਸ ਗੱਲ ਤੇ ਗੌਰ ਕੀਤਾ ਹੈ ਕਿ ਕੋਈ ਇਨਸਾਨ ਆਪਣੇ ਕੰਮਕਾਜ ਮੰਨ ਲਓ ਡਾਕਟਰੀ ਜਾਂ ਇੰਜੀਨੀਅਰਿੰਗ ਵਿੱਚ ਪੂਰਾ ਮਾਹਿਰ ਹੋਵੇ, ਪਰ ਜਦੋਂ ਗੱਲ ਆਉਂਦੀ ਹੈ ਆਪਣੇ ਹੀ ਪੈਸੇ ਸੰਭਾਲਣ ਦੀ ਤਾਂ ਉੱਥੇ ਥੋੜਾ ਜਿਹਾ ਕਮਜ਼ੋਰ ਰਹਿ ਜਾਂਦਾ ਹੈ। ਬੜੀ ਅਜੀਬ ਗੱਲ ਹੈ ਨਾ। ਚਲੋ ਅੱਜ ਆਪਾਂ ਇਸੇ ਗੱਲ ਦੀ ਤਹਿ ਤੱਕ ਜਾਂਦੇ ਹਾਂ। ਅਕਸਰ ਦੇਖਣ 'ਚ ਆਉਂਦਾ ਹੈ ਕਿ ਲੋਕ ਆਪਣੇ ਖੇਤਰ ਦੇ ਤਾਂ ਬਾਦਸ਼ਾਹ ਹੁੰਦੇ ਨੇ, ਪਰ ਜਦੋਂ ਪੈਸੇ ਥੇਲੇ ਦੀ ਗੱਲ ਆਉਂਦੀ ਹੈ ਤਾਂ ਉਲਝ ਜਾਂਦੇ ਨੇ। ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਇਹ ਵਿਚਾਰ ਵਟਾਂਦਰਾ ਬਿਲਕੁਲ ਇਸੇ ਲਈ ਹੈ। ਇਹ ਬਹੁਤ ਸਾਰੇ ਸਫਲ ਲੋਕਾਂ ਦੀ ਕਹਾਣੀ ਹੈ ਤੇ ਅੱਜ ਆਪਾਂ ਇਸ ਦਾ ਹੱਲ ਕੱਢਾਂਗੇ। ਠੀਕ ਹੈ, ਤਾਂ ਸਵਾਲ ਇਹ ਹੈ ਕਿ ਇਹ ਪਾੜਾ ਆਖਿਰ ਆਉਂਦਾ ਕਿੱਥੋਂ ਹੈ। ਦੇਖੋ, ਇਹ ਕੋਈ ਨਿੱਜੀ ਕਮਜ਼ੋਰੀ ਨਹੀਂ ਹੈ, ਬਿਲਕੁਲ ਵੀ ਨਹੀਂ। ਇਹ ਤਾਂ ਜ਼ਿਆਦਾਤਰ ਲੋਕਾਂ ਨਾਲ ਹੁੰਦਾ ਹੈ, ਖਾਸ ਕਰਕੇ ਜਦੋਂ ਬੰਦਾ ਕੰਮ 'ਚ ਰੁੱਝਿਆ ਹੋਵੇ ਤੇ ਸਮਾਂ ਘੱਟ ਹੋਵੇ। ਚਲੋ ਇਸ ਨੂੰ ਸਮਝਦੇ ਹਾਂ ਤੇ ਇਸ ਦਾ ਹੱਲ ਲੱਭਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਸਮਝ ਲਈਏ ਕਿ ਇਹ ਵਿੱਤੀ ਸਾਖਰਤਾ ਹੈ ਕੀ ਭਲਾ। ਦੇਖੋ, ਇਹ ਸਿਰਫ ਪੈਸਾ ਕਮਾਉਣਾ ਨਹੀਂ, ਬਲਕਿ ਉਸ ਪੈਸੇ ਨੂੰ ਸਹੀ ਤਰੀਕੇ ਨਾਲ ਵਰਤਣਾ, ਉਸ ਨੂੰ ਵਧਾਉਣਾ ਅਤੇ ਬਚਾ ਕੇ ਰੱਖਣ ਦੀ ਇੱਕ ਕਲਾ ਹੈ। ਤੁਸੀਂ ਸਮਝ ਲਓ ਕਿ ਇਹ ਇੱਕ ਮਜ਼ਬੂਤ ਵਿੱਤੀ ਭਵਿੱਖ ਦੀ ਨੀਂਹ ਹੈ ਜਿਸ ਤੇ ਇੱਕ ਸ਼ਾਨਦਾਰ ਇਮਾਰਤ ਖੜੀ ਹੋ ਸਕਦੀ ਹੈ। ਹੁਣ ਗੱਲ ਆਉਂਦੀ ਹੈ ਕਿ ਇਹ ਇੰਨਾ ਜ਼ਰੂਰੀ ਕਿਉਂ ਹੈ, ਇਸ ਨਾਲ ਫਰਕ ਕੀ ਪੈਂਦਾ ਹੈ। ਦੇਖੋ, ਫਰਕ ਬਹੁਤ ਵੱਡਾ ਪੈਂਦਾ ਹੈ, ਕਿਉਂਕਿ ਪੈਸੇ ਬਾਰੇ ਲਏ ਗਏ ਛੋਟੇ-ਛੋਟੇ ਫੈਸਲੇ ਹੀ ਸਾਡੀ ਪੂਰੀ ਜ਼ਿੰਦਗੀ ਤੇ ਅਸਰ ਪਾਉਂਦੇ ਨੇ। ਗੱਲ ਸਿਰਫ ਅਮੀਰ ਬਣਨ ਦੀ ਨਹੀਂ, ਗੱਲ ਇੱਕ ਸੁਰੱਖਿਅਤ ਤੇ ਟੈਨਸ਼ਨ ਫ੍ਰੀ ਭਵਿੱਖ ਬਣਾਉਣ ਦੀ ਹੈ। ਵਿੱਤੀ ਗਿਆਨ ਸੱਚੀ ਇੱਕ ਸੁਪਰ ਪਾਵਰ ਵਾਂਗ ਹੈ। ਇਸ ਨਾਲ ਆਪਣੇ ਸੁਪਨੇ ਪੂਰੇ ਕਰਨ ਦੀ ਤਾਕਤ ਮਿਲਦੀ ਹੈ, ਚਾਹੇ ਉਹ ਆਪਣਾ ਘਰ ਹੋਵੇ, ਵਧੀਆ ਗੱਡੀ ਹੋਵੇ ਜਾਂ ਫਿਰ ਸਮੇਂ ਸਿਰ ਰਿਟਾਇਰਮੈਂਟ। ਇਹੀ ਗਿਆਨ ਸਾਨੂੰ ਕਰਜ਼ੇ ਦੇ ਜਾਲ ਤੋਂ ਬਚਾਉਂਦਾ ਹੈ, ਵਿੱਤੀ ਖਪਲਿਆਂ ਤੋਂ ਦੂਰ ਰੱਖਦਾ ਹੈ ਤੇ ਸਭ ਤੋਂ ਵੱਡੀ ਗੱਲ, ਦਿਮਾਗ ਨੂੰ ਸ਼ਾਂਤੀ ਦਿੰਦਾ ਹੈ। ਚਲੋ ਜੀ, ਹੁਣ ਬਹੁਤ ਹੋ ਗਈਆਂ ਗੱਲਾਂ। ਹੁਣ ਆਉਂਦੇ ਹਾਂ ਅਸਲ ਕੰਮ ਤੇ। ਆਪਾਂ ਹੁਣ ਉਹਨਾਂ 5 ਬੁਨਿਆਦੀ ਆਦਤਾਂ ਦੀ ਗੱਲ ਕਰਾਂਗੇ ਜੋ ਇੱਕ ਚੰਗੀ ਵਿੱਤੀ ਸਿਹਤ ਦੀ ਨੀਂਹ ਬਣਦੀਆਂ ਹਨ। ਇਹ ਕਦਮ ਦੇਖਣ ਨੂੰ ਬਹੁਤ ਸੌਖੇ ਲੱਗਣਗੇ, ਪਰ ਇਹ ਬਹੁਤ ਜ਼ਿਆਦਾ ਅਸਰਦਾਰ ਨੇ। ਤਾਂ ਇਹ ਹੈ ਸਾਡਾ ਰੋਡ ਮੈਪ। 5 ਕਦਮ। ਪਹਿਲਾ, ਸਿੱਖਣਾ, ਯਾਨੀ ਗਿਆਨ ਹਾਸਿਲ ਕਰਨਾ। ਦੂਜਾ, ਇੱਕ ਬਜਟ ਬਣਾਉਣਾ ਤਾਂ ਕਿ ਪਤਾ ਲੱਗੇ ਪੈਸਾ ਕਿੱਥੇ ਜਾ ਰਿਹਾ ਹੈ। ਤੀਜਾ, ਪੈਸਾ ਬਚਾਉਣਾ। ਚੌਥਾ, ਬੇਲੋੜੇ ਕਰਜ਼ੇ ਤੋਂ ਦੂਰ ਰਹਿਣਾ। ਤੇ ਪੰਜਵਾਂ, ਆਪਣੇ ਪੈਸੇ ਨੂੰ ਕੰਮ ਤੇ ਲਾਉਣਾ, ਮਤਲਬ ਸਹੀ ਥਾਂ ਨਿਵੇਸ਼ ਕਰਨਾ। ਚਲੋ ਹੁਣ ਇਹਨਾਂ ਨੂੰ ਇੱਕ-ਇੱਕ ਕਰਕੇ ਖੋਲਦੇ ਹਾਂ। ਪਹਿਲਾ ਕਦਮ, ਤੇ ਸ਼ਾਇਦ ਸਭ ਤੋਂ ਜ਼ਰੂਰੀ, ਉਹ ਹੈ ਆਪਣੇ ਆਪ ਨੂੰ ਸਿੱਖਿਅਤ ਕਰਨਾ। ਕਿਤਾਬਾਂ ਪੜ੍ਹੋ, ਵਿੱਤ ਬਾਰੇ ਬਲੌਗਸ ਤੇ ਲੇਖ ਪੜ੍ਹੋ। ਜਿੰਨਾ ਜ਼ਿਆਦਾ ਕੋਈ ਸਿੱਖਦਾ ਹੈ, ਉਨਾ ਹੀ ਜ਼ਿਆਦਾ ਭਰੋਸੇ ਨਾਲ ਉਹ ਪੈਸੇ ਬਾਰੇ ਚੰਗੇ ਫੈਸਲੇ ਲੈ ਸਕਦਾ ਹੈ। ਗਿਆਨ ਹੀ ਤਾਂ ਅਸਲ ਤਾਕਤ ਹੈ। ਅੱਗੇ ਹੈ ਬਜਟ ਬਣਾਉਣਾ। ਹੁਣ ਬਜਟ ਦਾ ਨਾਂ ਸੁਣ ਕੇ ਘਬਰਾਣਾ ਨਹੀਂ। ਇਸ ਦਾ ਮਤਲਬ ਖਰਚੇ ਬੰਦ ਕਰਨਾ ਬਿਲਕੁਲ ਨਹੀਂ ਹੁੰਦਾ, ਸਗੋਂ ਆਪਣੇ ਪੈਸੇ ਨੂੰ ਇੱਕ ਸਹੀ ਦਿਸ਼ਾ ਦੇਣਾ ਹੁੰਦਾ ਹੈ। ਬਸ ਇੱਕ ਮਹੀਨੇ ਲਈ ਆਪਣੇ ਸਾਰੇ ਛੋਟੇ-ਵੱਡੇ ਖਰਚੇ ਲਿਖ ਕੇ ਦੇਖੋ, ਪਤਾ ਲੱਗ ਜਾਵੇਗਾ ਕਿ ਪੈਸਾ ਅਸਲ 'ਚ ਜਾਂਦਾ ਕਿੱਥੇ ਹੈ। ਸੱਚੀ, ਇਹ ਅੱਖਾਂ ਖੋਲਣ ਵਾਲਾ ਕੰਮ ਹੁੰਦਾ ਹੈ। ਤੀਜੀ ਆਦਤ ਹੈ ਪੈਸੇ ਬਚਾਉਣ ਦੀ। ਇਹ ਬਹੁਤ ਜ਼ਰੂਰੀ ਹੈ, ਭਾਵੇਂ ਥੋੜਾ-ਥੋੜਾ ਕਰਕੇ ਹੀ ਸ਼ੁਰੂ ਕੀਤਾ ਜਾਵੇ। ਤੇ ਇਸ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਆਟੋਮੇਸ਼ਨ। ਮਤਲਬ ਬੈਂਕ ਵਿੱਚ ਇੱਕ ਸਟੈਂਡਿੰਗ ਇੰਸਟਰਕਸ਼ਨ ਲਗਾ ਦਿਓ ਕਿ ਹਰ ਮਹੀਨੇ ਤਨਖਾਹ ਆਉਂਦੇ ਸਾਰ ਹੀ ਇੱਕ ਰਕਮ ਆਪਣੇ ਆਪ ਬੱਚਤ ਖਾਤੇ ਵਿੱਚ ਚਲੀ ਜਾਵੇ। ਇਹ ਛੋਟਾ ਜਿਹਾ ਕਦਮ ਲੰਬੇ ਸਮੇਂ 'ਚ ਬਹੁਤ ਵੱਡਾ ਫਰਕ ਪਾਉਂਦਾ ਹੈ। ਦੇਖੋ, ਜਿਵੇਂ ਕਿਹਾ ਗਿਆ ਹੈ, ਕਰਜ਼ਾ ਜਲਦੀ ਹੀ ਕਾਬੂ ਤੋਂ ਬਾਹਰ ਹੋ ਸਕਦਾ ਹੈ, ਤੇ ਸੱਚ ਹੈ। ਕਰਜ਼ਾ ਇੱਕ ਵੱਡਾ ਬੋਝ ਬਣ ਜਾਂਦਾ ਹੈ ਜੋ ਵਿੱਤੀ ਤੰਗੀ ਤੇ ਟੈਨਸ਼ਨ ਲੈ ਕੇ ਆਉਂਦਾ ਹੈ। ਖਾਸ ਕਰਕੇ ਜਿਹੜੇ ਮਹਿੰਗੇ ਵਿਆਜ ਵਾਲੇ ਕਰਜ਼ੇ ਹੁੰਦੇ ਨੇ, ਜਿਵੇਂ ਕ੍ਰੈਡਿਟ ਕਾਰਡ ਦਾ ਬਿੱਲ, ਉਹਨਾਂ ਤੋਂ ਤਾਂ ਬਚ ਕੇ ਹੀ ਰਹਿਣਾ ਚਾਹੀਦਾ ਹੈ। ਅਸਲ ਆਜ਼ਾਦੀ ਤਾਂ ਕਰਜ਼ ਮੁਕਤ ਹੋਣ ਵਿੱਚ ਹੀ ਹੈ। ਤੇ ਹੁਣ ਆਖਰੀ ਬੁਨਿਆਦੀ ਕਦਮ, ਸਮਝਦਾਰੀ ਨਾਲ ਨਿਵੇਸ਼ ਕਰਨਾ। ਇਹ ਉਹ ਤਰੀਕਾ ਹੈ ਜਿਸ ਨਾਲ ਪੈਸਾ ਪੈਸੇ ਨੂੰ ਖਿੱਚਦਾ ਹੈ। ਪਰ ਇੱਕ ਗੱਲ ਧਿਆਨ 'ਚ ਰੱਖਣ ਵਾਲੀ ਹੈ, ਨਿਵੇਸ਼ ਕੋਈ ਜੂਆ ਜਾਂ ਲੋਟਰੀ ਨਹੀਂ ਹੈ। ਇਹ ਇੱਕ ਲੰਬੀ ਦੌੜ ਹੈ ਜਿਸ ਲਈ ਸਿੱਖਿਆ, ਸਬਰ ਅਤੇ ਇੱਕ ਚੰਗੀ ਰਣਨੀਤੀ ਦੀ ਲੋੜ ਪੈਂਦੀ ਹੈ। ਬਹੁਤ ਵਧੀਆ। ਹੁਣ ਜਦੋਂ ਬੁਨਿਆਦੀ ਆਦਤਾਂ ਦੀ ਨੀਂਹ ਰੱਖੀ ਗਈ ਹੈ, ਤਾਂ ਹੁਣ ਗੱਲ ਕਰਦੇ ਹਾਂ ਉਹਨਾਂ ਔਜ਼ਾਰਾਂ ਦੀ ਜਿਨ੍ਹਾਂ ਨਾਲ ਇਸ ਨੀਂਹ ਤੇ ਦੌਲਤ ਦੀ ਇਮਾਰਤ ਖੜੀ ਕੀਤੀ ਜਾ ਸਕਦੀ ਹੈ। ਚਲੋ ਫਿਰ ਭਾਰਤ ਵਿੱਚ ਮੌਜੂਦ ਚੋਟੀ ਦੇ 5 ਨਿਵੇਸ਼ ਸਾਧਨਾਂ ਤੇ ਇੱਕ ਛਾਤ ਮਾਰਦੇ ਹਾਂ। ਤਾਂ ਇਸ ਸੂਚੀ ਵਿੱਚ ਕੀ ਹੈ? ਦੇਖੋ, ਪਹਿਲਾਂ ਆਉਂਦੇ ਨੇ ਇਕੁਇਟੀ ਮਿਊਚੁਅਲ ਫੰਡ ਜੋ ਸਿੱਧਾ ਸਟਾਕ ਮਾਰਕੀਟ ਨਾਲ ਜੁੜੇ ਨੇ। ਫਿਰ ਆਉਂਦੇ ਨੇ PPF ਯਾਨੀ ਪਬਲਿਕ ਪ੍ਰੋਵੀਡੈਂਟ ਫੰਡ ਅਤੇ NPS ਯਾਨੀ ਨੈਸ਼ਨਲ ਪੈਨਸ਼ਨ ਸਿਸਟਮ। ਇਹ ਦੋਵੇਂ ਲੰਬੇ ਸਮੇਂ ਦੀ ਬਚਤ ਲਈ ਹਨ। ਤੇ ਫਿਰ ਸਾਡੇ ਰਵਾਇਤੀ ਪਰ ਹਮੇਸ਼ਾ ਕੰਮ ਆਉਣ ਵਾਲੇ ਵਿਕਲਪ, ਸੋਨਾ ਅਤੇ ਰੀਅਲ ਏਸਟੇਟ। ਸ਼ੁਰੂ ਕਰਦੇ ਹਾਂ ਇਕੁਇਟੀ ਮਿਊਚੁਅਲ ਫੰਡਸ ਤੋਂ। ਇਹ ਉਹਨਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਲੰਬੇ ਸਮੇਂ ਵਿੱਚ ਜ਼ਿਆਦਾ ਰਿਟਰਨ ਦੀ ਉਮੀਦ ਰੱਖਦੇ ਹਨ। ਇਸ ਵਿੱਚ ਹੁੰਦਾ ਕੀ ਹੈ ਕਿ ਪੈਸਾ ਮਾਹਿਰ ਫੰਡ ਮੈਨੇਜਰਾਂ ਦੁਆਰਾ ਵੱਖ-ਵੱਖ ਕੰਪਨੀਆਂ ਦੇ ਸ਼ੇਅਰਾਂ ਵਿੱਚ ਲਗਾਇਆ ਜਾਂਦਾ ਹੈ, ਜਿਵੇਂ ਭਾਰਤ ਕੁਆਂਟ ਜਾਂ ਪਰਾਗ ਪਾਰਕ ਵਰਗੇ ਕਈ ਮਸ਼ਹੂਰ ਫੰਡ ਹਾਊਸ ਹਨ। ਦੂਜੇ ਨੰਬਰ ਤੇ ਹੈ PPF
ਇਹ ਇੱਕ ਬਹੁਤ ਹੀ ਸੁਰੱਖਿਅਤ ਸਰਕਾਰੀ ਯੋਜਨਾ ਹੈ, ਖਾਸ ਕਰਕੇ ਲੰਬੇ ਸਮੇਂ ਦੀ ਬਚਤ ਲਈ। ਇਸ ਤੇ ਰਿਟਰਨ ਦੀ ਗਾਰੰਟੀ ਹੁੰਦੀ ਹੈ, ਪਰ ਇਸ ਦਾ ਸਭ ਤੋਂ ਵੱਡਾ ਫਾਇਦਾ ਹੈ ਇਸ ਦਾ EEE ਸਟੇਟਸ। ਇਸ ਦਾ ਮਤਲਬ ਹੈ ਜੋ ਪੈਸਾ ਲਗਾਇਆ ਉਹ ਟੈਕਸ ਫ੍ਰੀ, ਜੋ ਵਿਆਜ ਮਿਲਿਆ ਉਹ ਵੀ ਟੈਕਸ ਫ੍ਰੀ, ਔਰ ਜਦੋਂ 15 ਸਾਲ ਬਾਅਦ ਪੈਸਾ ਵਾਪਸ ਮਿਲਿਆ ਉਹ ਵੀ ਪੂਰੀ ਤਰ੍ਹਾਂ ਟੈਕਸ ਫ੍ਰੀ। ਵਾਹ, 9 ਤੋਂ 11%। ਇਹ ਕੀ ਹੈ? ਇਹ ਹੈ ਨੈਸ਼ਨਲ ਪੈਨਸ਼ਨ ਸਿਸਟਮ ਯਾਨੀ NPS ਦਾ ਔਸਤ ਸਾਲਾਨਾ ਰਿਟਰਨ। ਇਹ ਖਾਸ ਤੌਰ ਤੇ ਰਿਟਾਇਰਮੈਂਟ ਦੀ ਪਲੈਨਿੰਗ ਲਈ ਬਣਾਇਆ ਗਿਆ ਇੱਕ ਸ਼ਾਨਦਾਰ ਵਿਕਲਪ ਹੈ, ਜੋ ਆਮ ਤੌਰ ਤੇ PPF ਨਾਲੋਂ ਜ਼ਿਆਦਾ ਰਿਟਰਨ ਦੇ ਸਕਦਾ ਹੈ। ਤਾਂ NPS ਰਿਟਾਇਰਮੈਂਟ ਲਈ ਇੱਕ ਮਜ਼ਬੂਤ ਨੀਂਹ ਤਿਆਰ ਕਰਦਾ ਹੈ। ਤੇ ਇਸ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਸ ਵਿੱਚ ਨਿਵੇਸ਼ ਕਰਨ ਤੇ ਵਾਧੂ ਟੈਕਸ ਲਾਭ ਮਿਲਦਾ ਹੈ, ਉਹ ਵੀ ਸੈਕਸ਼ਨ 80C ਦੀ ਛੋਟ ਤੋਂ ਉੱਪਰ ਅਤੇ ਵੱਖਰਾ। ਚੌਥਾ ਵਿਕਲਪ ਹੈ ਸੋਨਾ। ਸੋਨਾ ਤਾਂ ਸਦੀਆਂ ਤੋਂ ਹੀ ਔਖੇ ਸਮੇਂ ਦਾ ਸਾਥੀ ਰਿਹਾ ਹੈ, ਇੱਕ ਸੁਰੱਖਿਅਤ ਨਿਵੇਸ਼। ਪਰ ਅੱਜ ਦੇ ਜ਼ਮਾਨੇ ਵਿੱਚ ਗਹਿਣੇ ਜਾਂ ਸਿੱਕੇ ਖਰੀਦਣ ਦੀ ਬਜਾਏ ਸੋਵਰਨ 골ਡ ਬੌਂਡਸ ਵਿੱਚ ਨਿਵੇਸ਼ ਕਰਨਾ ਇੱਕ ਸਮਾਰਟ ਤਰੀਕਾ ਹੈ, ਕਿਉਂਕਿ ਇਹ ਸੁਰੱਖਿਅਤ ਵੀ ਹੈ ਤੇ ਇਸ ਤੇ ਸਰਕਾਰ ਵੱਲੋਂ ਵਾਧੂ ਵਿਆਜ ਵੀ ਮਿਲਦਾ ਹੈ। ਤੇ ਪੰਜਵਾਂ ਹੈ ਰੀਅਲ ਐਸਟੇਟ। ਜ਼ਮੀਨ ਜਾਇਦਾਦ ਲੰਬੇ ਸਮੇਂ ਵਿੱਚ ਦੌਲਤ ਬਣਾਉਣ ਦਾ ਇੱਕ ਪਰਖਿਆ ਹੋਇਆ ਤਰੀਕਾ ਹੈ, ਪਰ ਹੁਣ ਇਸ ਲਈ ਪੂਰੀ ਜਾਇਦਾਦ ਖਰੀਦਣ ਦੀ ਲੋੜ ਨਹੀਂ। REITs ਯਾਨੀ ਰੀਅਲ ਐਸਟੇਟ ਇਨਵੈਸਟਮੈਂਟ ਟਰਸਟਾਂ ਰਾਹੀਂ ਬਹੁਤ ਛੋਟੀ ਰਕਮ ਨਾਲ ਵੀ ਵੱਡੀਆਂ ਕਮਰਸ਼ੀਅਲ ਪ੍ਰਾਪਰਟੀਆਂ ਦਾ ਹਿੱਸੇਦਾਰ ਬਣਿਆ ਜਾ ਸਕਦਾ ਹੈ, ਬਿਲਕੁਲ ਮਿਊਚੁਅਲ ਫੰਡਾਂ ਵਾਂਗ। ਇਹਨਾਂ ਤੋਂ ਇਲਾਵਾ 2 ਹੋਰ ਸਥਿਰ ਵਿਕਲਪ ਵੀ ਹਨ। ਇੱਕ ਪਾਸੇ ਹਨ ਫਿਕਸਡ ਡਿਪੋਜ਼ਿਟ ਯਾਨੀ FDs, ਜੋ ਬੇहद ਸੁਰੱਖਿਅਤ ਹਨ ਪਰ ਰਿਟਰਨ ਥੋੜਾ ਘੱਟ ਦਿੰਦੇ ਨੇ। ਦੂਜੇ ਪਾਸੇ ਅੱਜਕੱਲ ਕੁਝ ਛੋਟੇ ਵਿੱਤ ਬੈਂਕ ਉੱਚੀ ਵਿਆਜ ਦਰ ਵਾਲੇ ਬਚਤ ਖਾਤੇ ਵੀ ਦੇ ਰਹੇ ਹਨ। ਇਹਨਾਂ ਵਿੱਚ FDs ਤੋਂ ਵੱਧ ਰਿਟਰਨ ਮਿਲ ਸਕਦਾ ਹੈ ਤੇ ਪੈਸਾ ਵੀ ਜਦੋਂ ਚਾਹੋ ਕਢਵਾਇਆ ਜਾ ਸਕਦਾ ਹੈ। ਤਾਂ ਇਹ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ? ਦੇਖੋ, ਇੱਕ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ ਕਿ ਵਿੱਤੀ ਸਾਖਰਤਾ ਇੱਕ ਨਿਰੰਤਰ ਪ੍ਰਕਿਰਿਆ ਹੈ। ਇਹ ਕੋਈ ਮੰਜ਼ਿਲ ਨਹੀਂ, ਇੱਕ ਸਫ਼ਰ ਹੈ। ਹਰ ਰੋਜ਼ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਸਭ ਤੋਂ ਜ਼ਰੂਰੀ ਗੱਲ ਹੈ ਬਸ ਸ਼ੁਰੂਆਤ ਕਰਨਾ, ਤੇ ਸ਼ੁਰੂਆਤ ਕਰਨ ਲਈ ਕੋਈ ਵੀ ਸਮਾਂ ਮਾੜਾ ਨਹੀਂ ਹੁੰਦਾ। ਤਾਂ ਫਿਰ ਸਫ਼ਰ ਹੁਣ ਸ਼ੁਰੂ ਹੁੰਦਾ ਹੈ। ਇਸ ਸਾਰੀ ਜਾਣਕਾਰੀ ਦਾ ਮਕਸਦ ਸਿਰਫ ਇੱਕ ਹੈ, ਆਪਣੇ ਵਿੱਤੀ ਭਵਿੱਖ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣਾ। ਗਿਆਨ ਇੱਕ ਤਾਕਤ ਹੈ ਅਤੇ ਹੁਣ ਇਸ ਤਾਕਤ ਨੂੰ ਵਰਤਣ ਦਾ ਸਮਾਂ ਹੈ। ਤੇ ਅੰਤ ਵਿੱਚ ਇੱਕ ਸਵਾਲ ਸਾਰਿਆਂ ਲਈ ਸੋਚਣ ਵਾਸਤੇ, ਆਪਣੀ ਵਿੱਤੀ ਸਿਹਤ ਨੂੰ ਬਿਹਤਰ ਬਣਾਉਣ ਲਈ ਉਹ ਪਹਿਲਾ ਛੋਟਾ ਜਿਹਾ ਕਦਮ ਕਿਹੜਾ ਹੋਵੇਗਾ? ਕੀ ਉਹ ਕੋਈ ਕਿਤਾਬ ਪੜ੍ਹਨਾ ਹੋਵੇਗਾ, ਜਾਂ ਸ਼ਾਇਦ ਅੱਜ ਰਾਤ ਬੈਠ ਕੇ ਆਪਣੇ ਖਰਚਿਆਂ ਦੀ ਸੂਚੀ ਬਣਾਉਣਾ, ਜਾਂ ਫਿਰ ਕੱਲ ਸਵੇਰੇ ਹੀ ਆਟੋਮੈਟਿਕ ਬਚਤ ਸ਼ੁਰੂ ਕਰਨਾ? ਫੈਸਲਾ ਹਰ ਕਿਸੇ ਦਾ ਆਪਣਾ ਹੈ, ਪਰ ਸਫ਼ਰ ਹੁਣੇ ਸ਼ੁਰੂ ਹੁੰਦਾ ਹੈ।